10ਵਾਂ ਖਾਦ ਪਦਾਰਥਾਂ ਦੀ ਸਾਂਭ ਸੰਭਾਲ। ਗੌਰਵ ਦੇ ਪਿਤਾ ਜੀ ਬਾਜ਼ਾਰ ਵਿੱਚੋਂ ਰਾਸ਼ਨ ਦੇ ਨਾਲ-ਨਾਲ ਬੇਕਰੀ ਤੋਂ ਬ੍ਰੈਡ ਵੀ ਲੈ ਕੇ ਆਏ। ਉਸਨੇ ਕੁਝ ਟੁਕੜੇ ਜੈਮ ਲਾ ਕੇ ਖਾ ਲਏ ਅਤੇ ਬਾਕੀ ਬਚਦੇ ਰਸੋਈ ਵਿੱਚ ਰੱਖ ਦਿੱਤੇ। ਕੁਝ ਦਿਨਾਂ ਬਾਅਦ ਉਸਨੇ ਬ੍ਰੈਡ ਖਾਣ ਲਈ ਦੁਬਾਰਾ ਪੈਕਟ ਖੋਲ੍ਹਿਆ ਅਤੇ ਦੇਖਿਆ ਕਿ ਸਾਰੀ ਹੀ ਬ੍ਰੈਡ ਉੱਪਰ ਹਰੇ ਅਤੇ ਕਾਲੇ ਰੰਗ ਦੇ ਧੱਬੇ ਪਏ ਹੋਏ ਸਨ। ਉਸਨੇ ਹੈਰਾਨ ਹੋ ਕੇ ਬ੍ਰੈਡ ਦੇ ਖਰਾਬ ਹੋਣ ਬਾਰੇ ਆਪਣੇ ਮਾਤਾ ਜੀ ਨੂੰ ਪੁੱਛਿਆ। ਮੰਮੀ, ਇਹ ਬ੍ਰੈਡ ਨੂੰ ਕੀ ਹੋ ਗਿਆ? ਬੇਟਾ, ਇਹ ਹੁਣ ਖਾਣਯੋਗ ਨਹੀਂ ਰਹੇ। ਇਹਨਾਂ ਨੂੰ ਜ਼ਿਆਦਾ ਦਿਨ ਰੱਖਣ ਤੇ ਧੱਬਿਆਂ ਦੇ ਰੂਪ ਵਿੱਚ ਉੱਲੀ ਲੱਗ ਗਈ ਹੈ। ਇਹਨਾਂ ਨੂੰ ਖਾਣ ਤੇ ਅਸੀਂ ਬਿਮਾਰ ਹੋ ਸਕਦੇ ਹਾਂ। ਅਸੀਂ ਦੇਖ ਕੇ, ਸੁੰਘ ਕੇ, ਛੂਹ ਕੇ ਜਾਂ ਖਾ ਕੇ ਖਰਾਬ ਭੋਜਨ ਦੀ ਪਹਿਚਾਣ ਕਰ ਸਕਦੇ ਹਾਂ। ਮੰਮੀ ਜੀ, ਬ੍ਰੈਡ ਦੇ ਨਾਲ ਲਿਆਂਦੇ ਚਾਵਲ, ਦਾਲਾਂ ਅਤੇ ਹੋਰ ਖਾਦ ਪਦਾਰਥ ਤਾਂ ਬਿਲਕੁਲ ਵੀ ਖਰਾਬ ਨਹੀਂ ਹੋਏ। ਇਹ ਕਿਉਂ? ਬੇਟਾ, ਹਰੀਆਂ ਸਬਜ਼ੀਆਂ, ਦੁੱਧ ਅਤੇ ਦੁੱਧ ਤੋਂ ਬਣੇ ਪਦਾਰਥ, ਮਠਿਆਈਆਂ, ਮੀਟ, ਬ੍ਰੈਡ ਅਤੇ ਨਮੀ ਵਾਲੇ ਖਾਦ ਪਦਾਰਥ ਜਲਦੀ ਖਰਾਬ ਹੋ ਜਾਂਦੇ ਹਨ, ਜਦ ਕਿ ਸੁੱਕੇ ਅਨਾਜ, ਕਣਕ, ਚਾਵਲ, ਮੱਕੀ, ਬਾਜਰਾ, ਦਾਲਾਂ ਆਦਿ ਕਈ ਮਹੀਨਿਆਂ ਤੱਕ ਖਰਾਬ ਨਹੀਂ ਹੁੰਦੇ। ਮੰਮੀ ਜੀ, ਅਸੀਂ ਇਹਨਾਂ ਜਲਦੀ ਖਰਾਬ ਹੋਣ ਵਾਲੀਆਂ ਵਸਤਾਂ ਦੀ ਸੰਭਾਲ ਕਿਵੇਂ ਕਰ ਸਕਦੇ ਹਾਂ? ਬੇਟਾ, ਭੋਜਨ ਪਦਾਰਥਾਂ ਨੂੰ ਖਰਾਬ ਹੋਣ ਤੋਂ ਬਚਾਉਣ ਲਈ ਸਾਨੂੰ ਕੁਝ ਅਜਿਹੇ ਤਰੀਕਿਆਂ ਨਾਲ ਸਾਂਭ ਸੰਭਾਲ ਕਰਨੀ ਪੈਂਦੀ ਹੈ ਕਿ ਇਹ ਲੰਬੇ ਸਮੇਂ ਤੱਕ ਸਾਡੇ ਕੰਮ ਆ ਸਕਣ। ਲੈ, ਮੈਂ ਤੈਨੂੰ ਹੁਣ ਕੁਝ ਤਰੀਕੇ ਦੱਸਦੀ ਹਾਂ। ਠੰਡਾ ਰੱਖ ਕੇ। ਹਰੀਆਂ ਸਬਜ਼ੀਆਂ, ਫਲ, ਦੁੱਧ, ਮੀਟ, ਬ੍ਰੈਡ ਆਦਿ ਨੂੰ ਫਰਿੱਜ ਵਿੱਚ ਰੱਖ ਕੇ ਸੁਰੱਖਿਅਤ ਕੀਤਾ ਜਾਂਦਾ ਹੈ। ਫਰਿੱਜ ਵਿਚਲਾ ਘੱਟ ਤਾਪਮਾਨ ਭੋਜਨ ਨੂੰ ਖਰਾਬ ਕਰਨ ਵਾਲੇ ਸੂਖਮ ਜੀਵਾਂ ਦਾ ਵਾਧਾ ਰੋਕ ਦਿੰਦਾ ਹੈ। ਉਬਾਲ ਕੇ। ਅਸੀਂ ਘਰ ਵਿੱਚ ਦੁੱਧ ਵਰਗੇ ਪਦਾਰਥਾਂ ਨੂੰ ਉਬਾਲ ਕੇ ਕੁਝ ਸਮੇਂ ਲਈ ਖਰਾਬ ਹੋਣ ਤੋਂ ਬਚਾ ਸਕਦੇ ਹਾਂ। ਖੰਡ ਪਾ ਕੇ। ਤੁਹਾਡੇ ਦਾਦੀ ਜੀ ਵੱਖ-ਵੱਖ ਫਲਾਂ ਦਾ ਮੁਰੱਬਾ ਤਿਆਰ ਕਰਦੇ ਹਨ। ਮੁਰੱਬਾ ਬਣਾਉਣ ਲਈ ਫਲਾਂ ਨੂੰ ਖੰਡ ਦੀ ਚਾਸ਼ਨੀ ਵਿੱਚ ਪਾ ਕੇ ਜ਼ਿਆਦਾ ਦੇਰ ਤੱਕ ਸੁਰੱਖਿਅਤ ਰੱਖਿਆ ਜਾ ਸਕਦਾ ਹੈ। ਨਮਕ ਪਾ ਕੇ। ਤੁਹਾਡੇ ਭੂਆ ਜੀ ਅੰਬ, ਆਂਵਲਾ, ਮਿਰਚਾਂ ਆਦਿ ਨੂੰ ਨਮਕ ਵਿੱਚ ਪਾ ਕੇ ਅਚਾਰ ਬਣਾਉਂਦੇ ਹਨ। ਇਸ ਢੰਗ ਨਾਲ ਇਹਨਾਂ ਨੂੰ ਲੰਬੇ ਸਮੇਂ ਤੱਕ ਖਾਣ ਲਈ ਵਰਤਿਆ ਜਾ ਸਕਦਾ ਹੈ। ਤੇਲ ਪਾ ਕੇ। ਵੱਖ-ਵੱਖ ਤਰ੍ਹਾਂ ਦੇ ਫਲਾਂ ਅਤੇ ਸਬਜ਼ੀਆਂ ਦਾ ਅਚਾਰ ਤੇਲ ਪਾ ਕੇ ਬਣਾਇਆ ਜਾਂਦਾ ਹੈ। ਤੇਲ ਦੀ ਵਰਤੋਂ ਨਾਲ ਇਹ ਲੰਮਾ ਸਮਾਂ ਖਾਣਯੋਗ ਰਹਿੰਦੇ ਹਨ। ਡੱਬਾ ਬੰਦ ਕਰਕੇ। ਅੱਜ-ਕੱਲ੍ਹ ਭੋਜਨ ਨੂੰ ਸੁਰੱਖਿਅਤ ਰੱਖਣ ਲਈ ਇੱਕ ਨਵੀਂ ਤਕਨੀਕ ਵਰਤੀ ਜਾਂਦੀ ਹੈ। ਇਸ ਤਕਨੀਕ ਰਾਹੀਂ ਭੋਜਨ ਨੂੰ ਚੰਗੀ ਤਰ੍ਹਾਂ ਹਵਾ ਰਹਿਤ ਡੱਬੇ ਵਿੱਚ ਬੰਦ ਕਰ ਦਿੱਤਾ ਜਾਂਦਾ ਹੈ। ਡੱਬੇ ਵਿੱਚ ਹਵਾ ਦਾ ਆਉਣਾ ਜਾਣਾ ਰੁਕ ਜਾਂਦਾ ਹੈ, ਜਿਸ ਨਾਲ ਸੂਖਮ ਜੀਵ ਪੈਦਾ ਨਹੀਂ ਹੁੰਦੇ ਅਤੇ ਭੋਜਨ ਖਰਾਬ ਨਹੀਂ ਹੁੰਦਾ। ਪਰ ਬੇਟਾ, ਡੱਬਾ ਬੰਦ ਭੋਜਨ ਨੂੰ ਖਰੀਦਣ ਤੋਂ ਪਹਿਲਾਂ ਇਸ ਉੱਪਰ ਭੋਜਨ ਪੈਕ ਕਰਨ ਦੀ ਮਿਤੀ, ਖਰਾਬ ਹੋਣ ਦੀ ਮਿਤੀ ਅਤੇ ਖਾਣ ਲਈ ਸਮਾਂ ਆਦਿ ਪੜ੍ਹ ਕੇ ਜਾਂਚ ਕਰ ਲੈਣੀ ਚਾਹੀਦੀ ਹੈ। ਸੁਕਾ ਕੇ। ਤੁਹਾਡੇ ਦਾਦੀ ਜੀ ਮੇਥੀ, ਧਨੀਆ, ਸ਼ਲਗਮ, ਅਦਰਕ
ਔਲਾ, ਸੇਬ, ਅੰਜੀਰ ਆਦਿ ਨੂੰ ਧੁੱਪ ਵਿੱਚ ਸੁਕਾ ਕੇ ਸਾਰਾ ਸਾਲ ਵਰਤੋਂ ਵਿੱਚ ਲਿਆਉਂਦੇ ਹਨ। ਗੌਰਵ ਨੇ ਪਿਤਾ ਜੀ ਨੂੰ ਵਿਹੜੇ ਵਿੱਚ ਧੁੱਪੇ ਕਣਕ ਖਿਲਾਰਦੇ ਹੋਏ ਦੇਖਿਆ ਅਤੇ ਨਾਲ ਹੀ ਪੁੱਛਿਆ, ਪਾਪਾ ਤੁਸੀਂ ਇਸ ਤਰ੍ਹਾਂ ਕਿਉਂ ਕਰ ਰਹੇ ਹੋ? ਬੇਟਾ, ਕਣਕ ਵਰਗੇ ਅਨਾਜ ਦੀ ਸਾਰਾ ਸਾਲ ਜ਼ਰੂਰਤ ਪੈਂਦੀ ਹੈ। ਇਸ ਲਈ ਅਨਾਜ ਨੂੰ ਧੁੱਪ ਵਿੱਚ ਚੰਗੀ ਤਰ੍ਹਾਂ ਸੁਕਾ ਕੇ ਨਮੀ ਦੂਰ ਕਰ ਲਈ ਜਾਂਦੀ ਹੈ। ਫਿਰ ਇਸ ਨੂੰ ਸ਼ਾਮ ਵੇਲੇ ਠੰਡਾ ਹੋਣ ਤੇ ਡਰਮ ਵਿੱਚ ਪਾ ਦੇਵਾਂਗੇ। ਨਮੀ ਵਾਲੀ ਕਣਕ ਨੂੰ ਡਰਮ ਵਿੱਚ ਪਾਉਣ ਤੇ ਇਸ ਵਿੱਚ ਸੁਸਰੀ ਪੈਦਾ ਹੋ ਜਾਂਦੀ ਹੈ, ਜੋ ਦਾਣਿਆਂ ਨੂੰ ਖਾ ਕੇ ਅੰਦਰੋਂ ਖੋਖਲਾ ਕਰ ਦਿੰਦੀ ਹੈ। ਇਸ ਲਈ ਸੁੱਕੀ ਹੋਈ ਕਣਕ ਨੂੰ ਚਬਾਉਣ ਤੇ ਜਦੋਂ ਕੜਕ ਦੀ ਆਵਾਜ਼ ਆਵੇ, ਉਦੋਂ ਹੀ ਇਸ ਨੂੰ ਡਰਮ ਵਿੱਚ ਪਾਉਣਾ ਚਾਹੀਦਾ ਹੈ। ਸਮੇਂ-ਸਮੇਂ ਡਰਮ ਵਿਚਲੇ ਅਨਾਜ ਦੇ ਸਹੀ ਹੋਣ ਦੀ ਜਾਂਚ ਵੀ ਕਰਨੀ ਚਾਹੀਦੀ ਹੈ। ਮਾਮਾ ਜੀ ਨੇ ਤਾਂ ਡਰਮ ਵਿੱਚ ਕੀਟਨਾਸ਼ਕ ਗੋਲੀਆਂ ਵੀ ਪਾਈਆਂ ਸਨ। ਉਹ ਇਹ ਵੀ ਕਹਿੰਦੇ ਸਨ ਕਿ 3-4 ਮਹੀਨੇ ਤੱਕ ਕੀਟਨਾਸ਼ਕ ਦਵਾਈਆਂ ਦਾ ਅਸਰ ਖਤਮ ਹੋਣ ਤੇ ਹੀ ਉਹ ਕਣਕ ਅਤੇ ਦਾਲਾਂ ਨੂੰ ਖਾਣ ਲਈ ਵਰਤਣਗੇ। ਮੂੰਗੀ, ਛੋਲੇ, ਮਾਂ ਮਸਰ ਵਰਗੀਆਂ ਦਾਲਾਂ ਅਤੇ ਅਨਾਜ ਨੂੰ ਸੁਰੱਖਿਅਤ ਰੱਖਣ ਲਈ ਜ਼ਹਿਰ ਦੀ ਵਰਤੋਂ ਕਰਨਾ ਬਹੁਤ ਖਤਰਨਾਕ ਹੈ। ਇਹ ਜ਼ਹਿਰਾਂ ਦਾਲਾਂ ਵਿਚਲੀ ਪ੍ਰੋਟੀਨ ਨਾਲ ਜੁੜ ਜਾਂਦੀਆਂ ਹਨ। ਜਦੋਂ ਇਹ ਦਾਲਾਂ ਅਸੀਂ ਖਾਂਦੇ ਹਾਂ ਤਾਂ ਇਹ ਜ਼ਹਿਰਾਂ ਸਾਡੇ ਸਰੀਰ ਵਿੱਚ ਪਹੁੰਚ ਜਾਂਦੀਆਂ ਹਨ। ਇਸ ਲਈ ਇਹਨਾਂ ਦੀ ਵਰਤੋਂ ਨਾ ਕਰਕੇ ਕੁਦਰਤੀ ਢੰਗ ਨਾਲ ਹੀ ਦਾਲਾਂ ਅਤੇ ਅਨਾਜ ਨੂੰ ਸੁਰੱਖਿਅਤ ਰੱਖਿਆ ਜਾਣਾ ਚਾਹੀਦਾ ਹੈ। ਅਸੀਂ ਮਾਚਿਸ ਦੀਆਂ ਡੱਬੀਆਂ ਅਤੇ ਨਿੰਮ ਦੇ ਪੱਤਿਆਂ ਦੀ ਵਰਤੋਂ ਕਰਦੇ ਹਾਂ। ਪਾਪਾ, ਅਸੀਂ ਇਹਨਾਂ ਕੀਟਨਾਸ਼ਕਾਂ ਦੀ ਵਰਤੋਂ ਕਰਕੇ ਆਪਣੀ ਸਿਹਤ ਦਾ ਨੁਕਸਾਨ ਕਰਦੇ ਹਾਂ। ਹੁਣ ਮੈਂ ਕਦੇ ਵੀ ਦੁਕਾਨਦਾਰ ਤੋਂ ਕੀਟਨਾਸ਼ਕ ਦੀ ਵਰਤੋਂ ਵਾਲਾ ਸਮਾਨ ਨਹੀਂ ਖਰੀਦਾਂਗਾ। ਪਾਪਾ ਜੀ, ਸਾਡੇ ਸਕੂਲ ਦੇ ਨਾਲ ਬਣੇ ਵੱਡੇ ਸ਼ੈੱਡਾਂ ਵਿੱਚ ਕੀ ਰੱਖਿਆ ਜਾਂਦਾ ਹੈ? ਬੇਟਾ, ਇਹਨਾਂ ਸ਼ੈੱਡਾਂ ਨੂੰ ਗੋਦਾਮ ਕਹਿੰਦੇ ਹਨ। ਇਹਨਾਂ ਵਿੱਚ ਸਰਕਾਰ ਦੁਆਰਾ ਕਿਸਾਨਾਂ ਤੋਂ ਵੱਡੀ ਮਾਤਰਾ ਵਿੱਚ ਅਨਾਜ ਖਰੀਦ ਕੇ ਰੱਖਿਆ ਜਾਂਦਾ ਹੈ। ਇੱਥੇ ਅਨਾਜ ਨੂੰ ਬੋਰੀਆਂ ਵਿੱਚ ਭਰ ਕੇ ਨਮੀ ਤੋਂ ਬਚਾਉਣ ਲਈ ਲੱਕੜ ਦੇ ਪਟੜਿਆਂ ਉੱਤੇ ਅਤੇ ਕੰਧਾਂ ਤੋਂ ਥੋੜੀ ਦੂਰ ਰੱਖਿਆ ਜਾਂਦਾ ਹੈ। ਚੂਹਿਆਂ ਅਤੇ ਹੋਰ ਕੀਟਾਂ ਤੋਂ ਅਨਾਜ ਨੂੰ ਬਚਾਉਣ ਲਈ ਚੂਹੇ ਮਾਰ ਗੋਲੀਆਂ ਅਤੇ ਧੂਣੀ ਵਾਲੀਆਂ ਜ਼ਹਿਰਾਂ ਦੀ ਵਰਤੋਂ ਕੀਤੀ ਜਾਂਦੀ ਹੈ। ਪਾਪਾ, ਮੇਰੇ ਦੋਸਤ ਦੇ ਪਿਤਾ ਜੀ ਆਲੂਆਂ ਅਤੇ ਫਲਾਂ ਨੂੰ ਕੋਲਡ ਸਟੋਰ ਵਿੱਚ ਰੱਖਦੇ ਹਨ। ਹਾਂ ਬੇਟਾ, ਵੱਡੇ ਪੱਧਰ ਤੇ ਸਬਜ਼ੀਆਂ ਅਤੇ ਫਲਾਂ ਦੀ ਸਾਂਭ ਸੰਭਾਲ ਲਈ ਕੋਲਡ ਸਟੋਰਾਂ ਦੀ ਵਰਤੋਂ ਕੀਤੀ ਜਾਂਦੀ ਹੈ। ਖਾਸ ਕਰਕੇ ਦੁਆਬੇ ਵਿੱਚ ਆਲੂਆਂ ਦੀ ਫਸਲ ਨੂੰ ਇਹਨਾਂ ਕੋਲਡ ਸਟੋਰਾਂ ਵਿੱਚ ਰੱਖਿਆ ਜਾਂਦਾ ਹੈ। ਲੰਮੇ ਸਫ਼ਰ ਜਾਂ ਯਾਤਰਾ ਦੌਰਾਨ ਭੋਜਨ ਨੂੰ ਸੁਰੱਖਿਅਤ ਰੱਖਣ ਲਈ ਹਵਾਬੰਦ ਬਰਤਨਾਂ ਦੀ ਵਰਤੋਂ ਕੀਤੀ ਜਾਂਦੀ ਹੈ। ਸਕੂਲ ਵਿੱਚ ਪੜ੍ਹਨ ਵਾਲੇ ਵਿਦਿਆਰਥੀ ਅਤੇ ਕੰਮ ਕਰਨ ਵਾਲੇ ਲੋਕ ਖਾਣਾ ਗਰਮ ਰੱਖਣ ਵਾਲੇ ਡੱਬਿਆਂ ਜਾਂ ਟਿਫਨਾਂ ਦੀ ਵਰਤੋਂ ਕਰਦੇ ਹਨ। ਪਾਸਚਰਾਈਜ਼ੇਸ਼ਨ, ਇਸ ਵਿਧੀ ਨਾਲ ਦੁੱਧ ਨੂੰ ਉੱਚ ਤਾਪਮਾਨ ਤੇ ਗਰਮ ਕਰਕੇ ਇੱਕਦਮ ਠੰਡਾ ਕਰਕੇ ਪੈਕਟਾਂ ਅਤੇ ਬੋਤਲਾਂ ਵਿੱਚ ਭਰ ਕੇ ਕਈ ਦਿਨਾਂ ਤੱਕ ਵਰਤੋਂ ਵਿੱਚ ਲਿਆਂਦਾ ਜਾ ਸਕਦਾ ਹੈ। ਪੰਜਾਬ ਵਿੱਚ ਵੇਰਕਾ ਮਿਲਕ ਪਲਾਂਟ ਵੱਡੇ ਪੱਧਰ ਤੇ ਦੁੱਧ ਨੂੰ ਇਸ ਵਿਧੀ ਰਾਹੀਂ ਪਾਸਚਰਾਈਜ਼ਡ ਕਰਕੇ ਵੇਚਦੇ ਹਨ। ਇੱਥੇ ਦੁੱਧ ਤੋਂ ਬਣੇ ਉਤਪਾਦ ਭਵਿੱਖ ਵਿੱਚ ਵਰਤਣ ਲਈ ਡੱਬਾਬੰਦ ਵੀ ਕੀਤੇ ਜਾਂਦੇ ਹਨ। ਯਾਦ ਰੱਖਣ ਯੋਗ ਗੱਲਾਂ, ਸਾਨੂੰ ਕਦੇ ਵੀ ਖਰਾਬ ਭੋਜਨ ਨਹੀਂ ਖਾਣਾ ਚਾਹੀਦਾ। ਖਰਾਬ ਭੋਜਨ ਦੀ ਪਹਿਚਾਣ ਦੇਖ ਕੇ, ਸੁੰਘ ਕੇ, ਛੂਹ ਕੇ ਕਰ ਸਕਦੇ ਹਾਂ। ਭੋਜਨ ਨੂੰ ਸੁਰੱਖਿਅਤ ਰੱਖਣ ਦੇ ਵੱਖ-ਵੱਖ ਤਰੀਕਿਆਂ ਰਾਹੀਂ
ਸੂਖਮ ਜੀਵਾਂ ਦੇ ਵਾਧੇ ਨੂੰ ਰੋਕ ਕੇ ਭੋਜਨ ਨੂੰ ਖਰਾਬ ਹੋਣ ਤੋਂ ਬਚਾਇਆ ਜਾ ਸਕਦਾ ਹੈ। ਵੱਡੇ ਪੱਧਰ ਤੇ ਅਨਾਜਾਂ ਦੀ ਸਾਂਭ ਸੰਭਾਲ ਲਈ ਗੋਦਾਮਾਂ ਦੀ ਵਰਤੋਂ ਕੀਤੀ ਜਾਂਦੀ ਹੈ। ਖਾਦ ਪਦਾਰਥਾਂ ਦੀ ਸਾਂਭ ਸੰਭਾਲ ਲਈ ਜ਼ਹਿਰਾਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ।